ਕਿ ਅਸੀਂ ਉਹਨਾਂ ਨੂੰ ਉਹਦੇ ਘਰ ਛੱਡ ਆਏ ਆ, ਤੁਹਾਡੇ ਕੋਲ ਜੋ ਹੁੰਦਾ ਜਾ ਕੇ ਕਰ ਲਵੋ। ਅੱਛਾ, ਇਹ ਕੀ ਹੈ? ਐਸਐਚਓ ਸਾਹਿਬ ਨੇ ਕਿਹਾ ਤੁਹਾਡੇ ਕੋਲ ਜੋ ਹੁੰਦਾ ਜਾ ਕੇ ਕਰ ਲਓ। ਆਰਾਮ ਦੇ ਨਾਲ ਗੱਲ ਕਰੋ, ਇतना स्पीड से थोड़ी स्लो कर जी सुनना थोड़ा जिहा। ਹੁਣ ਮਹਿਕਮਾ ਪੁਲਿਸ ਜਿਹੜੀ ਹੈ ਥਾਣਾ ਵਾਂਡੋ ਐਸਐਚਓ ਸਾਹਿਬ ਜਿਹੜੇ ਨੇ ਉਹ ਦੁਬਾਰਾ ਉਹ ਰੀਪਲੇ ਕਰਦੇ ਨੇ ਪਏ ਕਿ ਜਿਸ ਤਰ੍ਹਾਂ ਹਜ਼ਾਰਾ ਬਦਮਾਸ਼ ਬਣਿਆ ਸੀ ਨਾ, ਹੁਣ ਅਸੀਂ ਉਹਦੀ ਵਾਲਦਾ ਨੂੰ ਛੱਡਾਂਗੇ। ਹੁਣ ਪੁਲਿਸ ਵਾਲੇ ਆਂਦੇ ਨੇ ਕਿ ਅਸਾਂ ਉਹ ਕੱਲ ਦੀ ਛੱਡ ਦਿੱਤੀ ਹੈ। ਅਗਰ ਉਹ ਛੱਡ ਦਿੱਤੀ ਹੈ ਤੇ ਕਿਉਂ ਛੱਡੀ ਹੈ ਬਈ? ਤੁਸੀਂ 302 ਚ ਉਹਨੂੰ ਨਾਮਜ਼ਦ ਕੀਤਾ ਹੈ। ਇਹਦਾ ਬਾਸਰ ਖਤੂਨ ਹੈ, ਕਿਉਂਕਿ ਆਮ ਤੌਰ ਤੇ ਚੱਕਲੇ ਵਾਲੀ ਜਿੰਨੀ ਵੀ ਔਰਤਾਂ ਹੁੰਦੀਆਂ ਨੇ ਬਾਸਰੀ ਹੁੰਦੀਆਂ ਨੇ। ਬਿਲਕੁਲ, ਵਿੱਚ ਕੋਈ ਸ਼ੱਕ। ਔਰ ਉਹਦੀ ਵਾਲਦਾ ਆ ਕੇ ਆਂਦੀ ਸੀ ਤੁਹਾਡਾ ਜਵਾਈ ਆ ਗਿਆ ਤੇ ਤੁਸੀਂ ਇਹਦਾ ਹੁਣ ਜੋ ਕਰਨਾ ਕਰ ਲਵੋ। ਉਹ ਹਜ਼ਾਰਾ ਵਾਦਾ ਉਹ ਇੱਕ ਬਦਮਾਸ਼ ਬਣ ਗਿਆ। ਮਹਿਕਮਾ ਪੁਲਿਸ ਨੇ ਔਰ ਸਾਡੇ ਬਾਸਰ ਸ਼ਖਸੀਅਤ ਨੇ, ਉਹਨਾਂ ਨੇ ਇਸੇ ਤਰ੍ਹਾਂ ਹੀ ਜਿਹੜਾ ਇਸ ਤੋਂ ਪਹਿਲੇ ਹਜ਼ਾਰੇ ਨੂੰ ਬਦਮਾਸ਼ ਬਣਿਆ, ਉਹਨੂੰ ਵਾਂਡੋ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਨਾ ਇਹ ਲਿਜਾਇਆ ਗਿਆ। ਉਹਨੂੰ ਜੀ ਖੂਨ ਦੀਆਂ ਉਲਟੀਆਂ ਲੱਗੀਆਂ ਨੇ, ਉਹਨੂੰ ਜੀ ਬ੍ਰੇਨ ਹੈਮਰੇਜ ਹੋ ਗਿਆ, ਉਹਨੂੰ ਜੀ ਨਾਲ ਹੀ ਹਾਰਟ ਅਟੈਕ ਵੀ ਹੋ ਗਿਆ। 1.5 ਮਾਹ ਗੁਜ਼ਰ ਚੁੱਕਿਆ, ਹੱਲੇ ਤੱਕ ਪੁਲਿਸ ਨੇ ਉਸ ਮੁਲਜ਼ਮਾਂ ਨੂੰ ਨਾਮਜ਼ਦ ਨਹੀਂ ਕੀਤਾ, FIR ਨਹੀਂ ਕੱਟੀ। ਆਵਾਮ ਨੰਨੀ ਈਮਾਨ ਫਾਤਿਮਾ ਨੂੰ ਭੁੱਲਤੇ नहीं गई और ਉਹਦੇ ਮੁਲਜ਼ਮਾਨ ਨੂੰ ਭੁੱਲਤੇ नहीं गए ਜਿਹੜੇ फड़े सन। नाज़रीन, मैं एक बार फिर वांडो के मोहल्ला राजपुता में मौजूद हूँ, जहाँ पर बहुत ही एक अफसोसनाक वाकया 1.5 माह पहले पेश आया कि नन्ही ईमान फातिमा को दरिंदगी के बाद कत्ल कर दिया गया। उसी के गैर हतमी सरकारी नतायज आना शुरू हो चुके हैं। क्या वो सरकारी जो नतायज हैं वो क्या आना शुरू हुए हैं? इस वक्त जो राजपूत मोहल्ला के लोग जो सरापा एहतजाज यहाँ पर खड़े हैं, क्यों खड़े हुए हैं कि जो मुलजम था जारा वो तो अपने अंजाम को पहुंच चुका है। अगर वो भी अपने अंजाम को ना पहुंचता, कहीं उसके जो नामालूम जो साथियों की फायरिंग से वो कहीं निशान इबरत ना बनता, तो आज शायद वो भी इन अदालतों से या इन थानों से रहा हो चुका होता। उसकी जो वालदा उसके जुर्म में बराबर की शरीक थी, जो उसने इकबाल जुर्म भी किया था कि मैंने ही नन्ही ईमान फातिमा का गला दबा के उसका कत्ल किया है। अब पुलिस उसको छोड़ना चाह रही है। क्यों छोड़ना चाह रही है, इन्हीं की ज़बानी जानते हैं। अस्सलाम वालेकुम जी। वालेकुम अस्सलाम। नदीम साहब, बड़ा अफसोसनाक वाक़या होया सी और ਤੁਸੀਂ ਸਾਨੂੰ ਦੁਬਾਰਾ ਅਸੀਂ ਤੁਹਾਡੇ ਕੋਲ ਇਹਦੀ ਅਪਡੇਟ ਲੈਣਾ ਚਾਹੁੰਦੇ ਹਾਂ ਇਸ ਕੇਸ ਦੀ ਕਿ ਕਿਤੇ ਆਵਾਮ ਨੰਨੀ ਈਮਾਨ ਫਾਤਿਮਾ ਨੂੰ ਭੁੱਲਤੇ ਨਹੀਂ ਗਈ ਔਰ ਉਹਦੇ ਮੁਲਜ਼ਮਾਨ ਨੂੰ ਭੁੱਲਤੇ ਨਹੀਂ ਗਏ ਜਿਹੜੇ ਫੜੇ ਸਨ। ਕੀ ਅਪਡੇਟ ਹੈ? ਅੱਛਾ ਸਰ, ਗੱਲ ਇਹ ਵੇ, ਸਭ ਤੋਂ ਪਹਿਲੇ ਮੈਂ ਕਹਿਣਾ ਚਾਹੁੰਦਾ ਕਿ ਇਸ ਵਕਤ ਈਮਾਨ ਫਾਤਿਮਾ ਕੇਸ ਦੇ ਵਿੱਚ ਉਹਨਾਂ ਨੇ ਪੁਲਿਸ ਨੇ ਸਾਡਾ ਬੜਾ ਇਹਤਰਾਮ, ਬੜਾ ਰਿਕਾਰਡ, ਬਹੁਤ ਸਾਨੂੰ ਇੱਜ਼ਤ ਅਫਜ਼ਾਈ ਵਾਂਡੋ ਵਾਲਿਆਂ ਨੂੰ ਦਿੱਤੀ। ਠੀਕ ਹੈ। ਉਹਨਾਂ ਮੁਜਰਮ ਨੂੰ ਜਿਹੜਾ ਨਾ ਫੌਰੀ ਜਿਹੜਾ ਨਾ ਮਾਰ ਦਿੱਤਾ। ਉਹ ਕੁੱਤਾ ਆਪਣੇ ਅੰਜਾਮ ਨੂੰ ਪਹੁੰਚ ਗਿਆ। ਅਸੀਂ ਵੀ ਬਹੁਤ ਖੁਸ਼ ਹਾਂ ਮਹਿਕਮਾ ਪੁਲਿਸ ਤੇ। ਲੇਕਿਨ ਉਸ ਤੋਂ ਬਾਅਦ ਸਾਡੀ ਇੱਕ ਦੂਸਰੀ ਮੁਲਜ਼ਮਾ ਹੀ ਹਜ਼ਾਰੇ ਦੀ ਮਾਂ, ਜਿਹੜੀ ਕਿ ਉਹਦੇ ਕਤਲ ਦੇ ਵਿੱਚ ਬਰਾਬਰ ਦੀ ਮੁਲਵਸ ਹੈ। ਇਹ ਉਹਨੇ ਮੰਨਿਆ ਸੀ ਜੀ। ਇਹ ਪਿਛਲੇ ਜਿਹੜੇ SHO ਸਾਹਿਬ ਸਨ, ਸ਼ਾਹਦ ਵਿਰਕ ਸਾਹਿਬ ਸਨ, ਮੁਬਸ਼ਰ ਵਿਰਕ ਸਾਹਿਬ, ਮੁਬਸ਼ਰ ਵਿਰਕ ਸਾਹਿਬ ਸਨ, ਉਹਨਾਂ ਨੇ ਸਾਨੂੰ ਇਹ ਗੱਲ ਦੱਸੀ ਸੀ ਕਿ ਉਹਦੀ ਵਾਲਦਾ ਜਿਹੜੀ ਹੈ ਉਹਦੇ ਚ ਸ਼ਰੀਕ ਹੈ, ਬਾਕੀ ਹੋਰ ਕੋਈ ਬੰਦਾ ਜਿਹੜਾ ਨਾ ਉਹ ਸ਼ਰੀਕ ਨਹੀਂ। ਠੀਕ ਹੈ। ਅਸਾਂ SHO ਸਾਹਿਬ ਨੂੰ ਕਿਹਾ ਸੀ ਕਿ ਜਿਹੜੇ ਬੰਦੇ ਬੇਗੁਨਾਹ ਨੇ, ਅਸੀਂ ਕੋਈ ਮੁਕੱਦਮੇਬਾਜ਼ ਬੰਦੇ ਨਹੀਂ, ਉਹਨਾਂ ਨੂੰ ਅਗਰ ਉਹ ਬੇਗੁਨਾਹ ਨੇ ਤੁਸੀਂ ਬੇਸ਼ੱਕ ਉਹਨਾਂ ਨੂੰ ਰਿਹਾ ਕਰ ਸਕਦੇ ਹੋ, ਛੱਡ ਦਿਓ, ਸਾਡੀ ਤਰਫ ਤੋਂ ਤੁਹਾਨੂੰ ਇਜਾਜ਼ਤ ਹੈ। ਲੇਕਿਨ ਉਹਦੀ ਜਿਹੜੀ ਵਾਲਦਾ ਹੈ, ਕਿਉਂਕਿ ਤੁਹਾਡੇ ਬਕੌਲ ਮਹਿਕਮੇ ਦੇ ਬਕੌਲ ਕਿ ਉਹ ਜਿਹੜੀ ਹੈ ਉਹ ਮਲਵਸ ਹੈ, ਉਹਦੇ ਉੱਤੇ ਸਾਡੀ ਜਿਹੜੀ ਹੈ ਨਾ ਉਹਨੂੰ ਨਾਮਜ਼ਦ ਕਰਕੇ ਉਹਦੀ FIR ਕੱਟੀ ਜਾਏ। ਠੀਕ ਹੈ। ਉਹਦੇ ਵਾਸਤੇ ਸਾਡੇ ਕੋਲ ਇਸ ਵਕਤ ਜਿਹੜੇ ਮੌਕੇ ਤੇ SHO ਸਾਹਿਬ ਨੇ, ਰਾਣਾ ਸਰਵਰ ਸਾਹਿਬ, ਉਹਨਾਂ ਨੇ ਸਾਡੇ ਕੋਲ ਇੱਕ ਤਮੀਮਾ ਬਿਆਨ ਲਿਆ। ਠੀਕ ਹੈ। ਕਿ ਜੀ ਤੁਸੀਂ ਆਪਣੇ ਮੁਲਜ਼ਮ ਨੂੰ ਨਾਮਜ਼ਦ ਕਰ ਦਿਓ। ਠੀਕ ਹੈ। ਅਸਾਂ ਉਹ ਇੱਕ ਤਮੀਮਾ ਬਿਆਨ ਦਿੱਤਾ, ਰਿਟਨ ਦਿੱਤਾ। ਲੇਕਿਨ ਤਕਰੀਬਨ 1.5 ਮਾਹ ਗੁਜ਼ਰ ਚੁੱਕਿਆ, ਹੱਲੇ ਤੱਕ ਪੁਲਿਸ ਨੇ ਉਸ ਮੁਲਜ਼ਮਾਂ ਨੂੰ ਨਾਮਜ਼ਦ ਨਹੀਂ ਕੀਤਾ, FIR ਨਹੀਂ ਕੱਟੀ। ਅੱਛਾ, 1.5 ਮਾਹ ਗੁਜ਼ਰ ਜਾਣ ਦੇ ਬਾਵਜੂਦ 1.5 ਮਾਹ ਗੁਜ਼ਰਨ ਮਤਲਬ ਨਾਮਜ਼ਦ ਹੀ ਨਹੀਂ ਕੀਤੀ, ਹੱਲੇ ਤੱਕ ਉਹਨਾਂ ਨੂੰ ਨਾਮਜ਼ਦ ਨਹੀਂ ਕੀਤਾ, ਉਹਦੀ ਕੋਈ ਗ੍ਰਿਫਤਾਰੀ ਨਹੀਂ ਪਾਈ। ਔਰ ਕੱਲ ਸਾਡੇ ਸੁਣਨ ਚ ਆਇਆ ਕਿ ਉਹਨਾਂ ਨੇ ਮੈਰੀਨ ਨੂੰ ਜਿਹੜਾ ਨਾ ਉਹ ਛੱਡ ਦਿੱਤਾ। ਜਦੋਂ ਉਹਨਾਂ ਸਾਨੂੰ ਦੱਸਿਆ, ਕੀ ਕਹਿ ਰਹੇ ਹੋ? ਜੀ ਉਹਨੂੰ ਛੱਡ ਦਿੱਤਾ? ਜੀ ਕੱਲ ਮੈਂ ਸੁਣਿਆ ਕਿ ਜੀ ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ, ਉਹਨੂੰ ਵਾਂਡੋ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਨਾ ਇਹ ਲਿਜਾਇਆ ਗਿਆ। ਉਹਨੂੰ ਜੀ ਖੂਨ ਦੀਆਂ ਉਲਟੀਆਂ ਲੱਗੀਆਂ ਨੇ, ਉਹਨੂੰ ਜੀ ਬ੍ਰੇਨ ਹੈਮਰੇਜ ਹੋ ਗਿਆ, ਉਹਨੂੰ ਜੀ ਨਾਲ ਹੀ ਹਾਰਟ ਅਟੈਕ ਵੀ ਹੋ ਗਿਆ, ਉਹਦੇ ਪੇਟ 'ਚ ਰਸੋਲੀਆਂ ਨੇ ਉਹ ਵੀ ਉਹਦੀ ਫਟ ਗਈਆਂ ਨੇ। ਮਤਲਬ ਸਿਆਸੀ ਬਿਮਾਰੀਆਂ ਲੱਗ ਗਈਆਂ ਉਹਨੂੰ, ਸਿਆਸੀ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਲੱਗ ਗਈਆਂ ਨੇ। ਔਰ ਜਨਾਬੇ ਅੱਲਾ ਹੁਣ ਉਹਨੂੰ ਗੁਜਰਾਂਵਾਲੇ ਸਿਵਲ ਹਸਪੀਟਲ ਜਿਹੜਾ ਨਾ ਅਸੀਂ ਲੈ ਕੇ ਜਾਣ ਲੱਗੇ ਹਾਂ, ਅਸੀਂ ਉੱਥੇ ਰੈਫਰ ਕਰਾਉਣ ਲੱਗੇ ਜੀ। ਠੀਕ ਹੈ। ਚਲੋ ਇਹ ਗੱਲ ਸੁਣ ਕੇ, ਚੂੰਕਿ ਸਾਡੀ ਉਹ ਮੁਲਜ਼ਮਾ ਸੀ ਜੀ, ਅਸੀਂ ਹਸਪੀਟਲ ਗਏ ਹਾਂ। ਹਸਪੀਟਲ ਜਾ ਕੇ ਅਸਾਂ
ਸਾਡੇ ਜਾਂਦਿਆਂ ਨੂੰ ਪੁਲਿਸ ਜਿਹੜੀ ਹੈ ਨਾ ਉਹਦਾ ਚੈੱਕਅਪ ਕਰਾ ਕੇ ਵਾਪਸ ਲੈ ਚੁੱਕੀ ਸੀ। ਅੱਛਾ। ਜਦੋਂ ਮੁਕਾਮੀ ਜਿਹੜੇ ਉੱਥੇ ਸੀਨੀਅਰ ਡਿਸਪੈਂਸਰ ਨੇ ਰਾਣਾ ਅਸਲਮ ਸਾਹਿਬ ਸਨ, ਉਹਨਾਂ ਨੂੰ ਪੁੱਛਿਆ ਜੀ ਇੱਥੇ ਉਹ ਜਾਰੇ ਦੀ ਮਾਂ ਜਿਹੜੀ ਸਾਡੀ ਨਾਮਜ਼ਦ ਮੁਲਜ਼ਮ ਹੈ ਉਹ ਆਈ ਸੀ, ਉਹਨੂੰ ਕੀ ਮਸਲਾ ਹੈ? ਉਹਨੇ ਆਖਿਆ ਕੋਈ ਮਸਲਾ ਨਹੀਂ, ਉਹਨਾਂ ਨੂੰ ਸਿਰਫ ਇੱਕ ਨੋਸਫਾ ਇੰਜੈਕਸ਼ਨ ਹੈ ਉਹ ਲਿਖ ਕੇ ਦਿੱਤਾ ਇਹ ਤੇ ਮਿਹਦੇ ਵਾਸਤੇ ਹੁੰਦਾ ਹੈ, ਮਿਹਦੇ ਵਾਸਤੇ ਹੁੰਦਾ ਹੈ। ਉਹ ਮਿਹਦੇ ਵਿੱਚ ਉਹਦੀ ਕੋਈ ਫੂਡ ਪੋਇਜ਼ਨਿੰਗ ਹੈ ਜਾਂ ਕੋਈ ਐਸੀ ਪ੍ਰੋਬਲਮ ਹੋ ਗਈ ਹੈ ਤੇ ਤੁਸੀਂ ਨਾ ਨੋਸਫਾ ਇੰਜੈਕਸ਼ਨ ਲਵਾ ਲਵੋ ਤੇ ਬਸ, ਅਦਰਵਾਈਜ਼ ਇਹ ਬਿਲਕੁਲ ਠੀਕ ਹੈ। ਮਤਲਬ ਇਹ ਤੁਸੀਂ ਕਿਸੇ ਕੋਲੋਂ ਗੱਲਾਂ ਸੁਣੀਆਂ ਸੀ ਜਾਂ ਐਸਐਚਓ ਸਾਹਿਬ ਨੇ ਖੁਦ ਕਿਹਾ ਸੀ ਕਿ ਉਹਨੂੰ ਬ੍ਰੇਨ ਹੈਮਰੇਜ ਹੋ ਗਿਆ, ਹਾਰਟ ਅਟੈਕ ਆ ਗਿਆ, ਉਹਦਾ ਤੇ ਉਹਨੂੰ ਰਸੋਲੀਆਂ ਫਿਸ ਗਈਆਂ ਨੇ? ਇਹ ਤੁਹਾਨੂੰ ਐਸਐਚਓ ਸਾਹਿਬ ਨੇ ਕਿਹਾ ਸੀ? ਜੀ ਇਹ ਸਾਰ ਨਾਲ ਪਹਿਲੇ ਤੇ ਮੈਨੂੰ ਕਿਹਾ ਸੀ, ਵਾਂਡੋ ਦੇ ਸਿਆਸੀ ਸ਼ਖਸੀਅਤ ਨੇ, ਉਹਨਾਂ ਕਿਹਾ ਜੀ ਐਸਐਚਓ ਸਾਹਿਬ ਨੇ ਮੈਨੂੰ ਕਾਲ ਆਈ ਤੇ ਐਨ ਕਰਕੇ ਕਹਿ ਰਹੇ ਨੇ ਕਿ ਜੀ ਉਹ ਬਿਮਾਰ ਹੈ, ਬਹੁਤ ਜ਼ਿਆਦਾ ਉਹਦੀ ਹਾਲਤ ਸੀਰੀਅਸ ਹੈ। ਠੀਕ ਹੈ। ਉਸ ਤੋਂ ਬਾਅਦ ਜਦੋਂ ਹੀ ਸਿਵਲ ਹਸਪੀਟਲ ਤੋਂ ਪਤਾ ਕਰਕੇ ਆਏ, ਉਹਨਾਂ ਆਖਿਆ ਕੋਈ ਇਸ਼ੂ ਨਹੀਂ ਹੈਗਾ। ਇਹ ਤੁਹਾਡੀ ਐਸਐਚਓ ਸਾਹਿਬ ਨਾਲ ਗੱਲ ਹੋਈ ਸੀ ਇਸ ਫਿਰ ਬਾਰੇ? ਅਸੀਂ ਆ ਕੇ ਐਸਐਚਓ ਸਾਹਿਬ ਨੂੰ ਮਿਲੇ ਆ, ਸਰਵਰ ਸਾਹਿਬ ਨੂੰ, ਕਿ ਸਰ ਉਹ ਸਾਡੀ ਨਾਮਜ਼ਦ ਮੁਲਜ਼ਮ ਹੈ, ਅਗਰ ਉਹਦੀ ਤਬੀਅਤ ਖਰਾਬ ਵੀ ਹੈ ਤੇ ਤੁਸੀਂ ਉਹਦੇ ਤੇ ਐਫਆਈਆਰ ਦੇ ਕੇ ਉਹਨੂੰ ਜੁਡੀਸ਼ੀਅਲ ਕਰੋ, ਉਹਦਾ ਇਲਾਜ ਕਰਾਓ, ਸਾਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਗੱਲ ਇਹ ਵੇ, ਇਸੇ ਤਰ੍ਹਾਂ ਹੀ ਇਹਨਾਂ ਨੇ, ਇਸ ਮਹਿਕਮਾ ਪੁਲਿਸ ਨੇ ਔਰ ਸਾਡੇ ਬਾਅਦ ਸ਼ਖਸੀਅਤ ਨੇ, ਉਹਨਾਂ ਨੇ ਇਸੇ ਤਰ੍ਹਾਂ ਹੀ ਜਿਹੜਾ ਇਸ ਤੋਂ ਪਹਿਲੇ ਜਾਰੇ ਨੂੰ ਬਦਮਾਸ਼ ਬਣਿਆ ਕਿ ਉਹ ਜਦੋਂ ਵਾਪਸ ਆਉਂਦਾ ਹੈ ਨਾ ਹਵਾਲਾ ਚੋਂ, ਪੁਲਿਸ ਵਾਲੇ 2-4 ਦਿਨ ਰੱਖਦੇ ਸਨ ਔਰ ਉਹਨੂੰ ਜਾਰੇ ਨੂੰ ਛੱਡ ਦਿੰਦੇ ਸਨ, ਔਰ ਉਹਦੀ ਵਾਲਦਾ ਆ ਕੇ ਆਂਦੀ ਸੀ ਤੁਹਾਡਾ ਜਵਾਈ ਆ ਗਿਆ ਤੇ ਤੁਸੀਂ ਇਹਦਾ ਹੁਣ ਜੋ ਕਰਨਾ ਕਰ ਲਵੋ। ਉਹ ਜਾਰਾ ਵਾਦਾ ਉਹ ਇੱਕ ਬਦਮਾਸ਼ ਬਣ ਗਿਆ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਹਦੇ ਪਿੱਛੇ ਵੀ ਉਹਦੀ ਮਾਂ ਦੀ ਹੱਥ ਸੀ? ਹਾਂਜੀ, ਉਹਦੇ ਪਿੱਛੇ ਵੀ ਉਹਦੀ ਮਾਂ ਹੀ ਜਿਹੜੀ ਹੈ ਨਾ ਉਹਨੂੰ ਬਦਮਾਸ਼ ਬਣਾਉਣ ਵਾਲੀ ਸੀ। ਔਰ ਇਹ ਮਹਿਕਮਾ ਸਾਡਾ ਜਿਹੜਾ ਉਹਨੂੰ ਜਦੋਂ ਰੋਜ਼ ਛੱਡ ਦਿੰਦਾ ਸੀ, ਸ਼ਨਾਖਤੀ ਕਾਰਡ ਨਹੀਂ ਹੈਗਾ ਇਹਦਾ, ਫਲਾਨ ਨਹੀਂ, ਉਹਨੂੰ ਛੱਡ ਦਿੰਦੇ ਸਨ, ਉਹ ਬੰਦਾ ਬਦਮਾਸ਼ ਹੋ ਗਿਆ। ਹੁਣ ਮਹਿਕਮਾ ਪੁਲਿਸ ਜਿਹੜੀ ਹੈ, ਥਾਣਾ ਵਾਂਡੋ, ਐਸਐਚਓ ਸਾਹਿਬ ਜਿਹੜੇ ਨੇ ਉਹ ਦੁਬਾਰਾ ਉਹ ਰੀਪਲੇ ਕਰਦੇ ਨੇ ਪਏ ਕਿ ਜਿਸ ਤਰ੍ਹਾਂ ਜਾਰਾ ਬਦਮਾਸ਼ ਬਣਿਆ ਸੀ ਨਾ, ਹੁਣ ਅਸੀਂ ਉਹਦੀ ਵਾਲਦਾ ਨੂੰ ਛੱਡਾਂਗੇ ਕਿਉਂਕਿ ਕ੍ਰਿਮੀਨਲ ਔਰਤ ਹੈ, ਉਹਦੇ ਅੰਡਰਗਰਾਉਂਡ ਬਹੁਤ ਜ਼ਿਆਦਾ ਰਿਸੋਰਸਸ ਨੇ। ਮਤਲਬ ਬੜੀ ਬਾਸਰ ਖਤੂਨ ਹੈ ਉਹ? ਬਹੁਤ ਜ਼ਿਆਦਾ ਬਾਸਰ ਖਤੂਨ ਹੈ, ਕਿਉਂਕਿ ਆਮ ਤੌਰ ਤੇ ਚੱਕਲੇ ਵਾਲੀ ਜਿੰਨੀ ਵੀ ਔਰਤਾਂ ਹੁੰਦੀਆਂ ਨੇ ਬਾਸਰੀ ਹੁੰਦੀਆਂ ਨੇ। ਬਿਲਕੁਲ, ਵਿੱਚ ਕੋਈ ਸ਼ੱਕ ਉਹ ਬਾਸਰੀ ਹੁੰਦੀਆਂ ਨੇ। ਠੀਕ ਹੈ, ਸਾਡੇ ਤੋਂ ਉਹਨਾਂ ਦੇ ਰਿਸੋਰਸਸ ਬਹੁਤ ਜ਼ਿਆਦਾ ਹੁੰਦੇ ਨੇ। ਹੁਣ ਪੁਲਿਸ ਵਾਲੇ ਆਂਦੇ ਨੇ ਕਿ ਅਸਾਂ ਕੱਲ ਦੀ ਛੱਡ ਦਿੱਤੀ ਹੈ। ਅਗਰ ਉਹ ਛੱਡ ਦਿੱਤੀ ਹੈ ਤੇ ਕਿਉਂ ਛੱਡੀ ਹੈ ਬਈ? ਤੁਸੀਂ 302 ਚ ਉਹਨੂੰ ਨਾਮਜ਼ਦ ਕੀਤਾ ਹੈ? ਅਸਾਂ ਉਹਨੂੰ 302 ਚ ਨਾਮਜ਼ਦ ਕੀਤਾ, ਸਾਡੇ ਕੋਲ ਤੇ ਮੀਮੇ ਬਿਆਨ ਦੀ ਕਾਪੀ ਪੁਲਿਸ ਵਾਲਿਆਂ ਛੱਡ ਦਿੱਤੀ ਹੈ? ਪੁਲਿਸ ਆਂਦੇ ਨੇ ਜੀ ਉਹਦੀ ਹਾਲਤ ਖਰਾਬ ਸੀ, ਅਸਾਂ ਉਹ ਛੱਡ ਦਿੱਤੀ ਹੈ। ਹੋਸ਼ੋ ਹਵਾਸ ਨਾ ਕਹਿ ਰਹੇ ਹੋ? ਜੀ ਮੈਂ ਬਿਲਕੁਲ ਹੋਸ਼ੋ ਹਵਾਸ ਨਾ ਕਹਿ ਰਿਹਾ, ਔਰ ਸਿਵਲ ਹਸਪੀਟਲ ਚ ਜਾ ਕੇ ਉਹਨਾਂ ਦਾ ਪਤਾ ਕੀਤਾ ਡਾਕਟਰ ਸਾਹਿਬ ਕੋ, ਲੇਕਿਨ ਉਹਨਾਂ ਆਖਿਆ ਬਿਲਕੁਲ ਠੀਕ ਹੈ। ਡਾਕਟਰਾਂ ਨੇ ਕਿਸੇ ਐਸੀ ਬਿਮਾਰੀ ਦੀ ਤਸਦੀਕ ਕੀਤੀ ਹੈ? ਨਹੀਂ, ਕੋਈ ਨਹੀਂ ਕੀਤੀ। ਉਹਨਾਂ ਆਖਿਆ ਜੀ ਬਿਲकुल होश वास चे, असा एक नोसफा इंजेक्शन मेरे वास्ते देता है बस। जी आईजी पंजाब डॉक्टर उस्मान अनवर साहब, ये आपसे हमारा सवाल बनता है, क्या आपकी जो पंजाब पुलिस है किसी 302 के नामजद मुलजमा को क्या ऐसे रिलीज कर सकती है, क्या ऐसे छोड़ सकती है? उसको बीमारी का बहाना बना के मरीज जो कैदी होते हैं या जो मुलजम होते हैं वो काफी ज्यादा इनको बीमारियां भी आती हैं, क्या आपकी पुलिस ने ये कोई नया कानून पास करवा लिया है कि वो उनको अब छोड़ना शुरू कर दिया है उन्होंने, कि अब उनको रिलीफ मिलना शुरू हो चुका है कि अगर कोई बीमार होता है बीमारी का बहाना बना के, जैसे हमारे सियासतदान आउट ऑफ कंट्री भागते हैं ऐसे वो उनको हवाला से निकाल के बाहर छोड़ दिया जाता है? और ये 302 की मुलजमा जिसको अभी ये जो मदई मुकदमा है ये कहते हैं कि हमने उसे नामजद किया हुआ है, मगर वांडो पुलिस जो है वो किसी सियासी को बाअसर शख्सियत के कहने पे उसको ऐसे ही है जी जी छोड़ना चाह रही है? हाँ जी, छोड़ना चाह नहीं रही है, छोड़ दिया है। छोड़ दिया है। हाँ। और वो बल्कि एसएचओ साहब मुझे कह रहे हैं कि जी हमने उनके घर हम उसे छोड़े हैं, आपसे जो होता है जाके आप कर लें। सही है। एसएचओ साहब मुझे कह रहे हैं कि नाज़रीन, हम एसएचओ जो मुतलका वांडो थाना के हैं उनको कॉल मिलाई है कि अल्लाह करे वो उठा लें, क्योंकि ये अफसर शाही होते हैं, कॉल उठाते भी नहीं। अगर उठा लेते हैं तो फिर इनसे भी पूछते हैं कि भाई जी अस्सलाम वालेकुम राणा साहब। हाँ जी, राणा सरवर साहब बात कर रहे हैं? हाँ जी, हाँ सर मियां रियाज बात कर रहा हूँ। जरा आराम से नाल गल करो, इतना स्पीड से थोड़ी स्लो कर हाँ जी, सुनना थोड़ा। अच्छा। राणा साहब मियां रियाज बात कर रहा हूँ, कैसे हैं आप? ठीक हैं? जी ठीक है। तो सर एक ईमान फातिमा केस है वांडो में आपके पास था, एक रेप केस, तो उसके मुलजमों के मुतल्लक थोड़ी सी अपडेट चाहिए थी मुझे। अपडेट है वे वो पुलिस हो गया, ਉਹਦਾ ਪਰਚਾ ਹੋ ਗਿਆ। अच्छा जी। ਉਹਨੂੰ ਸਾਥੀਆਂ ਦੀ ਫਾयरिंग ਨਾਲ ਉਹ ਹਲਾਕ। सर वो हमारे पास अपडेट है, वो अपने साथियों की फायरिंग से हलाक हो गया, उसकी मां भी साथ में ना जानते हो ना, मेरे तो ਉਹਦਾ ਬਿਲਕੁਲ ਕਲੀਅਰ ਹੈ ਵੇ ਕਿ ਬੀਬੀ ਨੂੰ ਮੈਂ ਭਜਵਾਇਆ ਹੈ। ਇਸ ਤਰ੍ਹਾਂ ਅਗਰ ਉਹ ਇਨਵੋਲਵ ਹੋਈ ਜੋ ਚਲਾਨ ਹੋਏਗੀ, ਬਸ ਤੁਸੀਂ ਮੇਰੇ ਤੋਂ ਇਹ ਪੁੱਛਣਾ ਚਾਹੁੰਦੇ ਹੋ, ਮੈਂ ਤੁਹਾਨੂੰ ਕਲੀਅਰ ਕਰ ਦਿੱਤਾ। ਅੱਛਾ ਜੀ, ਮਤਲਬ ਉਹ 302 ਦੀ ਮੁਲਜ਼ਮਾ ਸੀ, ਉਹਨਾਂ ਨਾਮਜ਼ਦ ਕੀਤੀ ਸੀ ਨਾਲ, ਕਿੱਥੇ ਭਜਵਾਇਆ ਜੇ? ਹਾਂ ਤੁਸੀਂ ਇਹ ਮੇਰੇ ਤੋਂ ਪੁੱਛਣਾ
ਜੀ ਜੀ ਪਹੁੰਚਵਾਇਆ ਹੈ। ਹਾਂਜੀ ਬੀਬੀ ਨੂੰ ਇਸ ਵਾਸਤੇ ਆਇਆ ਉਹਦੀ ਆਪਣਾ ਤਬੀਅਤ ਬਹੁਤ ਖਰਾਬ ਹੋ ਗਈ ਸੀ ਤੇ ਅੱਛਾ। ਬਿਲਕੁਲ 100% ਮੈਂ ਉਹਨੂੰ ਅਗਰ ਉਹਨੂੰ ਸਾਰੇ ਅਫਸਰ ਸੁਣ ਰਹੇ ਨੇ, ਅਗਰ ਉਹ ਮੁਲਜ਼ਮਾ ਹੋਈ ਤੇ ਉਹਨੂੰ ਦੁਬਾਰਾ ਚਲਾ ਜਾਏਗਾ, ਅगर ना हुई तो नहीं ਕੀਤਾ जाएगा। अच्छा जी क्लियर? ओके। हेलो। तो ये है एटीट्यूड जो हमारे टैक्सों पे पलते हुए, क्योंकि आपने रवैया उसकी आवाज चेक की कि मैं ऊंचा सुनता हूं। अगर वो ऊंचा सुनता है तो उसको महकमा पुलिस में रखा किस लिए गया? क्योंकि कानून के तो हाथ भी बड़े लंबे होते हैं और कान भी बारीक होने चाहिए कि मुल्जमान की जो बातें वो भी सुन सकें और इनका पता भी लगा सकें। और उनका जो एटीट्यूड है वो आपने मुकम्मल चेक किया है कि वीडियो जो कॉल में वो क्या कह रहा था कि आप मुझसे क्या सुनना चाह रहे हैं, क्या मुझसे सुन रहे हैं? अगर वो मुल्जमा हुई तो वो चालान होगी, वरना उसे छोड़ दिया जाएगा। और यहाँ पर जो मदई मुकदमा है उनका कहना है कि हमने उसे छोड़ दिया है। तो भैया आप क्या कहना चाहेंगे? आपने एसएचओ साहब की बात भी सुन ली है, रवैया भी देख लिया है, मुझे तो नहीं लग रहा कि आपको इंसाफ मिलता होगा। देखो जी ਅਸੀਂ ਇਹ ਆਨੇ ਆ ਕਿ ਸਾਡੇ ਇਲਾਕੇ ਦੇ ਚੁੰਕੇ ਅਫਸਰ ਨੇ, हाँ ਔਰ ਮੈਂ ਸਮਝਣਾ ਹੈ ਕਿ ਜਿਹੜਾ ਅਫਸਰ ਹੁੰਦਾ ਉਹ ਇੱਕ ਇਲਾਕੇ ਦੇ ਬਾਪ ਦੀ ਤਰ੍ਹਾਂ ਹੁੰਦਾ, जी जी ਔਰ ਇੱਕ ਬਾਪ ਜਿਹੜਾ ਉਹ ਆਪਣੇ ਸਾਰੇ ਬੱਚਿਆਂ 'ਚ ਇਨਸਾਫ ਕਰਦਾ। हाँ ਮੈਂ ਤਵੱਕੋ ਗੋ ਕੇ ਮੈਨੂੰ ਫਿਲਹਾਲ ਨਜ਼ਰ ਨਹੀਂ ਆ ਰਹੀ, ਲੇਕਿਨ ਫਿਰ ਵੀ ਮੈਂ ਉਮੀਦ ਰੱਖਣਾ, ਜਾਂ ਮੈਂ ਉਮੀਦ ਨਹੀਂ ਰੱਖਦਾ ਬਲਕਿ ਰਿਕੁਐਸਟ ਕਰਨਾ, ਮਿੰਨਤ ਕਰਨਾ ਕਿ ਜਨਾਬੇ ਅੱਲਾ 5 ਸਾਲ ਦੀ ਬੱਚੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਸਿਆਸਤ ਮਲਵਸ ਨਾ ਕੀਤੀ ਜਾਏ। सही है। ਕਿਉਂਕਿ ਬੱਚੀ ਵੱਡੀ ਹੋਏ, ਕੋਈ ਲੜਾਈ ਝਗੜਾ ਦਾ ਹੋਏ, ਉਹਦੇ ਚ ਅਸੀਂ ਬਰਦਾਸ਼ਤ ਕਰ ਲੈਨੇ। हाँ ਲੇਕਿਨ ਇਹ 5 ਸਾਲ ਬੱਚੀ ਨੂੰ ਬੜੀ ਬੇਦਰਦੀ ਨਾਲ ਰੇਪ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਔਰ ਜਿਹੜੇ ਸਾਡੇ ਨਾਮਜ਼ਦ ਮੁਲਜ਼ਮ ਨੇ ਉਹਨਾਂ ਨੂੰ ਸਾਨੂੰ ਇਤਮਾਦ ਤੋਂ ਵਿੱਚ ਲਿਆ ਬਗੈਰ ਅਗਰ ਤੁਸੀਂ ਉਹਨਾਂ ਨੂੰ ਛੱਡ ਦਿੰਦੇ ਹੋ, ਵੇਖੋ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਸਾਨੂੰ ਇਸ ਤੋਂ ਬਾਅਦ ਸਾਡੇ ਤੇ ਪਰਚੇ ਦੇ ਦਿੱਤੇ ਜਾਣ, ਕਿਉਂਕਿ ਇੱਕ ਮਕਾਮੀ ਐਸਐਚਓ ਜਾਂ ਪੁਲਿਸ ਦੇ ਖਿਲਾਫ ਬੋਲਾਂਗੇ ਤੇ ਉਹ ਯਕੀਨਨ ਕੁਝ ਕਰਨ ਦੀ ਕੋਸ਼ਿਸ਼ ਕਰਨਗੇ। ਸਾਡੇ ਤੇ, ਮੇਰੇ ਤੇ ਜਾਂ ਮੇਰੀ ਫੈਮਿਲੀ ਤੇ ਅਗਰ ਪਰਚੇ ਦੇ ਦਿੰਦੇ ਨੇ, ਵੇਖੋ ਅਸੀਂ ਅੱਲਾ ਆਪਣਾ ਰਹਿਮ ਫਰਮਾਏ, ਉੱਤੇ ਅੱਲਾ ਬੈਠਾ, ਅਸੀਂ ਅੱਲਾ ਤੋਂ ਡਰਨੇ, ਅਸੀਂ ਕਿਸੇ ਹੋਰ ਤੋਂ ਨਹੀਂ ਡਰਦੇ। ਠੀਕ ਹੈ, ਅਗਰ ਉਹ ਸਾਡੇ ਤੇ ਕੋਈ ਪਰਚੇ ਵੀ ਦੇ ਦਿੰਦੇ ਨੇ ਤੇ ਦੇ ਦੇਣ, ਕੋਈ ਮਾਮਲਾ ਨਹੀਂ। ਲੇਕਿਨ ਗੱਲ ਇਹ ਵੇ ਅਸੀਂ ਆਪਣੀ ਬੱਚੀ ਦਾ ਖੂਨ ਜਿਹੜਾ ਨਾ ਉਹ ਇਸ ਤਰ੍ਹਾਂ ਜ਼ਾਇਆ ਨਹੀਂ ਹੋਣ ਦੇਵਾਂਗੇ। ਤੁਹਾਡੇ ਜਿਹੜੇ ਮੁਲਜ਼ਮ ਸਨ ਟੋਟਲ 4 ਸਨ ਜੀ, ਸਾਡੇ ਟੋਟਲ ਮੁਲਜ਼ਮ 4 ਸਨ ਤੇ ਬਾਕੀ ਕਿੱਥੇ ਨੇ ਜੀ? 2 ਮੁਲਜ਼ਮ ਜਿਹੜੇ ਸਨ ਉਹ ਅਸਾਂ ਇਹਨਾਂ ਨੇ ਮਹਿਕਮਾ ਪੁਲਿਸ ਨੇ ਸਾਨੂੰ ਕਿਹਾ ਜੀ ਇਹ ਤੁਹਾਡੇ ਮੁਲਜ਼ਮ ਨਹੀਂ। ਠੀਕ ਸੀਆਈ ਸਟਾਫ ਵਾਲਿਆਂ ਕਿਹਾ, ਵੰਡ ਵਾਲਿਆਂ ਕਿਹਾ, ਉਹਨੇ ਆਖਿਆ ਜੀ ਕਿ ਇਹ ਮੁਲਜ਼ਮ ਤੁਹਾਡੇ ਸੋਨੀ ਔਰ ਮੁੰਡਾ ਅਲੀ ਹਸਨ ਇਹ ਤੁਹਾਡੇ ਮੁਲਜ਼ਮ ਨਹੀਂ। ਅਸਾਂ ਆਖਿਆ ਜੀ ਅਸੀਂ ਕੋਈ ਮੁਕੱਦਮੇਬਾਜ਼ ਬੰਦੇ ਨਹੀਂ, ਨਾ ਅਸੀਂ ਕੋਈ ਦਿਹਾੜੀ ਲਾਉਣ ਵਾਲੇ ਬੰਦੇ ਆ। ਗੱਲ ਇਹ ਵੇ ਅਗਰ ਉਹ ਬੰਦੇ ਬੇਗੁਨਾਹ ਨੇ ਤੇ ਅਸੀਂ ਉਹਨਾਂ ਨੂੰ ਬੰਦੇ ਤੁਸੀਂ ਛੱਡ ਦਿੰਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ, ਕੋਈ ਗੱਲ ਨਹੀਂ। ਲੇਕਿਨ ਤੁਹਾਡੀ ਇਨਕੁਆਇਰੀ ਤੇ ਤੁਹਾਡੇ ਈਮਾਨ ਕੁਰਾਨ ਤੇ ਅਗਰ ਉਹ ਬੰਦੇ ਬੇਗੁਨਾਹ ਨੇ ਤੇ ਛੱਡ ਦਿਓ। ਲੇਕਿਨ ਅਸੀਂ ਇਹ ਗੱਲ ਨਾ ਵੀ ਆਂਦੇ, ਇਹ ਬੰਦੇ ਉਹਨਾਂ ਫੇਰ ਵੀ ਛੱਡ ਦੇਣੇ ਸਨ। ਅੱਛਾ, ਇਹ ਦੇਖੋ ਕਿ 1.5 ਮਾਹ ਹੋਇਆ ਹੈ, ਈਮਾਨ ਫਾਤਿਮਾ ਦਾ ਕਫਨ ਵੀ ਮੈਲਾ ਨਹੀਂ ਹੋਇਆ ਜੀ ਜੀ, ਤੇ ਉਹਦੇ ਵਿੱਚ ਆ ਕੇ ਇਹ ਨਤੀਜੇ ਆਣਾ ਸ਼ੁਰੂ ਹੋ ਗਏ ਨੇ। ਇਹ ਰਵਈਆ ਪੁਲਿਸ ਦਾ ਮੁਤਲਕਾ ਤੁਹਾਡੀ ਜਿਹੜੀ ਹੈ ਇਲਾਕੇ ਦੀ ਜੀ ਜੀ, ਇਹ ਜੋ ਤੁਹਾਡੇ ਨਾਲ ਕਰ ਰਹੇ ਨੇ, ਤੁਹਾਡੀ ਮੁਲਜ਼ਮਾ ਨਾਮਜ਼ਦ ਜਿਹੜੀ ਹੈ ਉਹਨੂੰ ਤੁਸੀਂ ਕਹਿ ਰਹੇ ਹੋ ਛੱਡ ਦਿੱਤਾ ਹੈ, ਉਹ ਕਹਿ ਰਹੇ ਨੇ ਛੱਡਣ ਦੀ ਕੋਸ਼ਿਸ਼ ਕਰ ਰਹੇ ਆ। ਛੱਡਣ ਦੀ ਕੋਸ਼ਿਸ਼ ਮੈਨੂੰ ਵੇਖੋ ਜੀ, ਮੈਨੂੰ ਉਹਨਾਂ ਇਹ ਗੱਲ ਆਖੀ ਹੈ ਕਿ ਅਸਾਂ ਕੱਲ ਦੀ ਛੱਡ ਦਿੱਤੀ ਹੈ, ਔਰ ਨਾ ਸਿਰਫ ਛੱਡ ਦਿੱਤੀ ਹੈ ਨਾਲ ਮੈਨੂੰ ਉਭਾਰਿਆ ਗਿਆ ਕਿ ਅਸੀਂ ਉਹਨਾਂ ਨੂੰ ਉਹਦੇ ਘਰ ਛੱਡ ਆਏ ਆ, ਤੁਹਾਡੇ ਕੋਲ ਜੋ ਹੁੰਦਾ ਜਾ ਕੇ ਕਰ ਲਵੋ। ਅੱਛਾ, ਇਹ ਕੀ ਹੈ? ਐਸਐਚਓ ਸਾਹਿਬ ਨੇ ਕਿਹਾ ਤੁਹਾਡੇ ਕੋਲ ਜੋ ਹੁੰਦਾ ਜਾ ਕੇ ਕਰ ਲਓ, ਅਸੀਂ ਛੱਡ ਆਏ ਆ, ਅਸੀਂ ਤੁਹਾਡੇ ਤੇ ਪਰਚੇ ਦੇਾਂਗੇ, ਅगर ਤੁਸੀਂ ਜੋ करोगे आप भुगतोगे। अच्छा, ठीक है। वो मामला है कि आईजी साहब ये जरा गौर से सुन लीजिएगा, ये क्या कह रहे हैं। जो आप लोगों को जो हुकूमत पाकिस्तान को टैक्स देते हैं और उनके साथ जिनके साथ जुल्म हुआ है, ये आपके एसएचओ साहब अवांडो थाना के राना सरवर साहब ये कह रहे हैं कि जो हुंदा जे कर लो जाके। तो सुन लीजिएगा गौर से, आप शायद आप ऊंचा नहीं सुनते होंगे, आपके एसएचओ साहब ऊंचा सुनते हैं, आप नहीं ऊंचा सुनते होंगे, गौर से सुन लीजिएगा। मैं सारे आना पिया कि कल जो ਅਸੀਂ ਐਸਐਚਓ ਸਾਹਿਬ ਕੋ ਗਏ ਆ, ਉਹਨਾਂ ਨੂੰ ਜਾ ਕੇ ਅਸਾਂ ਆਪਣੀ ਅਪੀਲ ਕੀਤੀ। ਉਹਨਾਂ ਆਖਿਆ ਜੀ ਉਹ ਸਾਡੀ ਨਾਮਜ਼ਦ ਮੁਲਜ਼ਮ ਹੈ, ਕੋਈ ਸ਼ੱਕ ਸ਼ੁਬੇ ਚ ਨਹੀਂ, ਅਸਾਂ ਨਾਮਜ਼ਦ ਕੀਤੀ ਹੈ, ਨਾਮਜ਼ਦ ਕਰਨ ਤੋਂ ਬਾਅਦ ਤੁਸੀਂ ਉਹਨੂੰ ਕਿਉਂ ਛੱਡ ਦਿਓਗੇ? ਅੱਛਾ, ਹੁਣ ਇਨਸਾਫ ਅਗਰ ਤੁਹਾਨੂੰ ਨਹੀਂ ਮਿਲਦਾ ਤਾਂ ਮੁਲਜ਼ਮਾਂ ਨੂੰ ਛੱਡ ਦਿੱਤਾ ਹੈ ਜਾਂ ਛੱਡ ਦਿੰਦੇ ਨੇ ਤੇ ਤੁਹਾਡਾ ਅਗਲਾ ਲਾਹੇ ਅਮਲ ਕੀ ਹੋਏਗਾ, ਤੁਸੀਂ ਕੀ ਕਰੋਗੇ? ਦੇਖੋ ਜੀ, ਸਭ ਤੋਂ ਪਹਿਲੇ ਤੇ ਅਸੀਂ ਸੀਪੀਓ ਸਾਹਿਬ ਨੂੰ, ਚੁੰਕਿ ਇੱਕ ਬਹੁਤ ਇਨਸਾਫ ਪਸੰਦ ਆਦਮੀ ਸਮਝਨੇ ਜੀ, ਅਸੀਂ ਸਭ ਤੋਂ ਪਹਿਲੇ ਇੱਕ ਦਫਾ ਸੀਪੀਓ ਸਾਹਿਬ, ਐਸਪੀ ਸਾਹਿਬ ਨੂੰ ਅਸੀਂ ਮੁਲਾਕਾਤ ਕਰਾਂਗੇ, ਉਹਨਾਂ ਨੂੰ ਅਸੀਂ ਆਪਣਾ ਮੁਤਾਲਬਾ ਪੇਸ਼ ਕਰਾਂਗੇ। ਉਸ ਤੋਂ ਬਾਅਦ ਅਗਰ ਸਾਡੀ ਫੇਰ ਵੀ ਗੱਲ ਨਹੀਂ ਸੁਣੀ ਜਾਂਦੀ, ਫਿਰ ਅਸੀਂ ਵੇਖੋ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈਗਾ, ਅਸੀਂ ਸੜਕਾਂ ਵੀ ਬਲਾਕ ਕਰਾਂਗੇ। ਇਹ ਤੁਸੀਂ ਵੇਖ ਰਹੇ ਹੋ ਕਾਫੀ ਸਾਰੇ ਲੋਕ ਮੌਜੂਦ ਨੇ, ਹਾਲਾਂਕਿ ਇਸ ਟਾਈਮ ਸਾਰੇ ਲੋਕ ਕੰਮਾਂ ਤੇ ਗਏ ਨੇ, ਲੇਕਿਨ ਇਨਸ਼ਾਅੱਲਾ ਤਾਲਾ ਅਸੀਂ ਸਾਰੇ ਪਿੰਡ ਨੂੰ ਲੈ ਕੇ ਅਸੀਂ ਗੱਡੀਆਂ ਭਰ ਕੇ ਸੀਪੀਓ ਸਾਹਿਬ ਕੋ ਜਾਵਾਂਗੇ। ਉਸ ਤੋਂ ਬਾਅਦ ਅਸੀਂ ਹੜਤਾਲ ਵੀ ਸ਼ੁਰੂ ਕਰਾਂਗੇ, ਔਰ ਫਿਰ ਵੀ ਅਗਰ ਸਾਡਾ ਮੁਤਾਲਬਾ ਨਾ ਮੰਨਿਆ ਗਿਆ, ਅਸੀਂ ਇਨਸ਼ਾਅੱਲਾ ਤਾਲਾ ਮਰੀਮ ਸਾਹਿਬਾ ਕੋ ਵੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ,
ਔਰ ਅਗਰ ਉਹ ਸੁਣਦੇ ਨੇ ਪਏ ਤੇ ਪਹਿਲੇ ਵੀ ਬਹੁਤ ਦਫਾ ਰਿਕੁਐਸਟ ਕੀਤੀ ਉਹਨਾਂ ਦੇ ਨਾਲ ਤੇ ਉਹ ਸਾਡੀ ਰਿਕੁਐਸਟ ਤੇ ਥੋੜੀ ਜੀ ਗੌਰ ਕਰਨਗੇ। ਇਹ ਇੱਕ ਮੌਲਵੀ ਸਫੇਦ ਦਾੜੀ ਵਾਲੇ ਬੰਦੇ ਜਿਹੜੇ ਨੇ ਇਹ ਕੀ ਕਹਿ ਰਹੇ ਨੇ। ਅੱਛਾ, ਤੁਸੀਂ ਤੁਹਾਡੇ ਤੇ ਪਰਚਾ ਹੋ ਜਾਂਦਾ ਨਦੀਮ ਸਾਹਿਬ, ਤੁਸੀਂ ਸ਼ੁਰੂ ਤੋਂ ਵੀ ਬੋਲੇ ਹੋ, ਹੁਣ ਵੀ ਬੋਲਦੇ ਹਾਂਜੀ। ਪਏ ਹੋ ਹੱਕ ਵਾਸਤੇ, ਇਨਸਾਫ ਲੈਣ ਵਾਸਤੇ, ਤੁਹਾਡੇ ਤੇ FIR ਹੋ ਜਾਂਦੀ ਹੈ ਹਾਂਜੀ ਤੇ ਮਗਰੋਂ ਜਿਹੜੇ ਤੁਹਾਡੇ ਪਿੱਛੇ ਖਲੋਤੇ ਨੇ ਨਸ ਨੂਸ ਜਾਣ ਕੇ ਜਾਂ ਖਲੋਤੇ ਰਹਿਣਗੇ ਮਗਰੋਂ? ਦੇਖੋ ਜੀ ਗੱਲ ਇਹ ਵੇ, ਪਹਿਲੇ ਨੰਬਰ ਤੇ ਵੇ ਕਿ ਮਦਦ ਸਿਰਫ ਮੇਰੇ ਅੱਲਾ ਦੀ, ਪਹਿਲੀ ਗੱਲ ਤੇ ਇਹ ਵੇ। ਸਹੀ ਹੈ। ਅਗਰ ਕੋਈ ਬੰਦਾ ਇਨਸਾਫ ਵਾਸਤੇ ਨਿਕਲਦਾ ਹੈ ਉਹ ਲੋਕਾਂ ਦੇ ਹਜੂਮ ਦੇ ਨਾਲ ਨਹੀਂ ਨਿਕਲਦਾ, ਉਹ ਅੱਲਾ ਦੀ ਮਦਦ ਨਾਲ ਨਿਕਲਦਾ ਹੈ। ਦੂਸਰੇ ਨੰਬਰ ਤੇ ਗੱਲ ਇਹ ਵੇ, ਪਾਕਿਸਤਾਨ ਦੀ ਜਾਂ ਦੁਨੀਆ ਦੀ ਇਹ ਤਾਰੀਖ ਹੈ ਕਿ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ, ਜ਼ੁਲਮ ਦੇ खिलाफ लोग नाल ही रहंदे ने, भावें जो मर्जी हो जाए। जी बिल्कुल नाज़रीन, आपने ये मुकम्मल कहानी जो है वो सुनी है कि किस कदर अभी ईमान फातिमा को दुनिया से रुखसत हुए 1.5 माह हुआ है, अभी कफन भी मैला नहीं हुआ और इसके नतायज जो है वो आना शुरू हो गए हैं। और इससे पहले भी SHO साहब थे यहाँ पे, उन्होंने कोशिश की इनको इंसाफ फराम करने के, मुलजमान पकड़े और मेरिट पे फैसला भी किया। अभी एक जो SHO साहब आए हैं राना सरवर साहब, इनकी बात गुफ्तगू आपने भी सुनी है। यहाँ पे नेटवर्क का भी इशू था कि हम उनसे और भी सवालात करते, मगर इससे पहले वो उन्होंने कॉल ही काट दी कि मैं ऊंचा सुनता हूँ, और उनका रवैया जो था वो भी आप लोगों ने सुन लिया है। और अभी यहाँ पे घर वालों का कहना है कि अगर हमें इंसाफ फराम ना किया गया, जो हमारी नामजद मुलजमा है उसको जुडिशल ना किया गया, तो हम रोड भी ब्लॉक करेंगे और हम यहाँ पे जो भी हमसे पॉसिबल हो सका हम वो करेंगे। ये कानून हमारे मुल्क पाकिस्तान का जो अब दुनिया में हमारा मजाक उड़ाया जा रहा है, उसकी वजह क्या है कि कानून नाम की चीज़ जो पाकिस्तान में वो है ही नहीं है। रियासत की तवज्जो पता नहीं किस तरफ है और अपनी राया के ऊपर है ही नहीं है। जिनके टैक्सों पे से इनके बच्चे पालते हैं, ये खुद पाल रहे हैं, और इनके रवैये आपने आज खूबी देखे हैं। और नदीम साहब को भी उन्होंने कहा है कि जो हुंदा जे कर लो, तो फिर ये भी कहते हैं कि जो हमसे होगा हम वो कर सकेंगे। रियासत से कोई टकरा तो नहीं सकता, मगर रियासत से फिर भी ये अपील कर रहे हैं और इंसाफ की, हमें इंसाफ दिया जाए। जो ईमान फातिमा की वालदा हैं उनसे भी बात करने की कोशिश करेंगे कि उनके साथ ये जो हो रहा है उनको इंसाफ होता हुआ नज़र तो नहीं आ रहा, और उनकी जो मुलजमा है उसको अभी रहा कर दिया गया है या रहा करने की कोशिश मुबैना तौर पर की जा रही है। इसके बारे में वो क्या कहती हैं, तो उनसे भी बात करते हैं।